जो तेरे रंग राते स्वामी, तिनका जन्म मरण दुख नासा। तेरी बख्श न मेटे कोई, सतगुर का दिलासा। नाम ते आयन सुख फल पायन, अठ पहर आराधै। तेरी शरण तेरे परवास है, पंच दुष्ट लै साध है। पंच दुष्ट लै साध, पंच दुष्ट लै साध। ज्ञान ध्यान किछ कर्म न जाना, सार न जाना तेरी। ज्ञान ध्यान किछ कर्म न जाना, सार न जाना तेरी। सब ते वड्डा सतगुरु नानक, जिन कल राखी मेरी। सब ते वड्डा सतगुरु नानक, जिन कल राखी मेरी। ज्ञान ध्यान किछ कर्म न जाना, सार न जाना तेरी। ज्ञान ध्यान किछ कर्म न जाना, सार न जाना तेरी। सार न जाना तेरी, सार न जाना तेरी। वाहिगुरु। हर जुग जुग भगत उपाया, पैज रखदा आया राम राजे हर नाथ। से दुष्ट हर मारिया, प्रहलाद तराया अहंकारी। अनिंद का पिठ दे, नाम देव मुख लाया। जन नानक ऐसा हर सेविया, अंत लय छुड़ाया। जन नानक ऐसा हर सेविया। ਸ਼ਲੋਕ ਮਹੱਲਾ ਪਹਿਲਾ। ਦੁਖਦਾਰੂ ਸੁਖ ਰੋਗ ਭਇਆ, ਜਾ ਸੁਖ ਤਮ ਨ ਹੋ। ਆਪੇ ਭਾਂਡੇ ਸਾਜੇ ਨੇ ਆਪੇ ਪੂਰਨ ਦੇ, ਇਕ ਨੇ ਦੁਸਮਾਈ ਇਕ ਚੁਲੇ ਰਣ ਚੜੇ। ਇਕ ਨੇ ਹਾਲੀ ਪੈ ਸਵਨ, ਇਕ ਉਪਰਣ ਖੜੇ। ਤਿਨਾ ਸਵਾਰੇ ਨਾਨਕਾ, ਜਿਨ ਕੋ ਨਦਰ ਕਰੇ। ਮਹੱਲਾ ਦੂਜਾ। ਆਪੇ ਸਾਜੇ ਕਰੇ ਆਪ, ਜਾਈ ਪਹਿ ਰਖੇ ਆਪ। ਤਿਸ ਵਿੱਚ ਜੰਤਿ ਉਪਾਏ ਕੈ, ਦੇਖੈ ਥਾਪਿਓ ਥਾਪ। ਕਿਸਨੂੰ ਕਹੀਐ ਨਾਨਕਾ, ਸਭ ਕਿਛ ਆਪੇ ਆਪ। ਸਭ ਕਿਛ ਆਪੇ ਆਪ। ਪੌੜੀ ਵੱਡੀਆਂ ਵਡਿਆਈਆਂ ਕਿਛ ਕਹਿਣਾ, ਕਹਿਣ ਨ ਜਾਏ। ਸੋ ਕਰਤਾ ਕਾਦਰ ਕਰੀ, ਦੇਖਿਆ ਰਿਜਕ ਸੰਭਾਏ। ਸਾਈ ਕਾਰ ਕਮਾਵਨੀ, ਹੋਰ ਚੋਡੀ ਤਿੰਨੈ ਪਾਏ। ਨਾਨਕ ਕੀ ਬਾਹਰੀ, ਹੋਰ ਦੂਜੀ ਨਾਹੀ ਜਾਏ। ਸੋ ਕਰੇ ਜਿਤਿ ਸਹਿ ਰਜ਼ਾਇ, ਰਜ਼ਾਇ ਰਜ਼ਾਇ ਸ਼ੁੱਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਵਡੇਕਿਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਵਾਏ, ਸਾਈ ਕਰ ਕਮਾਵਣੀ ਤੁਰ ਛੋੜੀ ਤਨੈ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜਿਤ ਸੇ ਰਜਾਏ, ਸੋ ਕਰੇ ਜਿਤ ਸੇ ਰਜਾਏ। ਸੁਧ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ, ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਮ। ਕੀਰਤਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਹੋਈਆਂ ਹਨ। ਆਪ ਬਖਸ਼ਣਹਾਰ ਹੋ, ਬਖਸ਼ ਲੈਣਾ। ਅੱਗੇ ਤੋਂ ਸਤਿਗੁਰੂ ਕਿਰਪਾ ਕਰਨਾ, ਕੀਰਤਨੀ ਦਾਤ ਨਾਮ ਬਾਣੀ ਦਾ ਪਿਆਰ ਬਖਸ਼ਣਾ। ਸੋ ਆਓ, ਚੱਲ ਰਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਪਾਸੋਂ ਸਰਵਣ ਕਰੋ। ਸੋ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਇਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ, ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖਹੁ ਸਰਨਾਈ, ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖਹੁ ਸਰਨਾਈ, ਮਹਾਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰਹੁ ਹਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰਹੁ ਹਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਿਕ ਕਰਮ ਕਮਾਵਣੇ,
ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵੇ ਮੁਖ ਹੋਏ RAM ਤੇ, ਲਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਵਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਨਾਨਕ ਕਉ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨਸਹਿ ਸਭੇ ਸੋਚ। ਨਾਨਕ ਕਉ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨਸਹਿ ਸਭੇ ਸੋਚ। ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ 'ਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾਂ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਦੇ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਾ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਭ ਤੋਂ ਸ਼੍ਰੋਮਣੀ ਕਰਮ ਹੈ ਜੇ ਜਿੰਨੇ ਅਸੀਂ ਕਰਮ ਕਰਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਸ਼੍ਰੋਮਣੀ ਕਰਮ ਹੀ ਇਹ ਹੈ। ਗੁਰੂ ਕੀ ਹਜ਼ੂਰੀ ਅੰਦਰ ਤਾਂਗ ਨਾਲ ਪ੍ਰੇਮ ਨਾਲ ਆਉਣਾ, ਸਤ ਸੰਗਤ ਕਰਨੀ, ਕਥਾ ਕੀਰਤਨ ਨਾਮ ਬਾਣੀ ਨਾਲ ਜਿਹੜਾ ਇਕਾਗਰਚਿਤ ਹੋ ਕੇ ਜੁੜਨਾ ਹੈ, ਸਭ ਤੋਂ ਸ਼੍ਰੋਮਣੀ ਵੱਡਾ ਉੱਤਮ ਕਰਮ ਹੈ। ਜਿਹਦੇ ਕਰਕੇ ਬਾਕੀ ਕਰਮ ਜਿਨ੍ਹਾਂ ਕਰਕੇ ਸਾਨੂੰ ਭਟਕਣਾ ਹੁੰਦਾ ਹੈ, ਦੁੱਖ ਮਿਲਦੇ ਹਨ, ਸੋ ਉਹ ਸਾਰੇ ਕਰਮ ਉਹ ਵੀ ਨਾਸ ਹੋ ਜਾਂਦੇ ਨੇ, ਮਾੜੇ ਕਰਮ।
ਸਭ ਤੋਂ ਸ਼੍ਰੋਮਣੀ ਕਰਮ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਰਠ ਰਾਗ ਦੀਆਂ ਅਸ਼ਟਪਦੀਆਂ ਵਿੱਚ ਫੁਰਮਾਨ ਕੀਤਾ ਹੈ, ਸਾਰੇ ਕਰਮ ਧਰਮ ਕਹਿ ਕੇ ਜੋਗੀਆਂ ਦੇ ਕਰਮ, ਹੋਰ ਕਰਮ, ਤੀਰਥਾਂ 'ਤੇ ਜਾਣ ਵਾਲੇ ਕਰਮ ਸਾਰੇ ਬਿਆਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਨੂੰ ਹੀ ਸ੍ਰੇਸ਼ਟ ਕਰਮ ਕਿਹਾ ਹੈ। ਅਖੀਰ ਤੇ ਅਸ਼ਟਪਦੀ ਦੇ ਫੁਰਮਾਨ ਕਰਦੇ ਹਨ ਸਤਿਗੁਰੂ ਜੀ ਕਿ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਆਪਣੇ ਵੱਲੋਂ ਮੋਹਰ ਲਾਈ ਹੈ ਕਿ ਹਰੀ ਵਾਹਿਗੁਰੂ ਦੀ ਕੀਰਤੀ ਕਰਨੀ, ਜਸ ਕਰਨਾ, ਨਾਮ ਜਪਣਾ, ਬਾਣੀ ਪੜ੍ਹਨੀ, ਹਰ ਕੀਰਤ ਸਾਧ ਸੰਗਤ ਹੈ। ਵੀ ਸਾਧ ਸੰਗਤ ਵਿੱਚ ਜਾ ਕੇ ਸਿਰ ਕਰਮਣ ਕੈ ਕਰਮਾ ਵਛ ਫਲਦਾ ਹੈ। ਸਾਰੇ ਕਰਮਾਂ ਤੋਂ ਸ਼੍ਰੋਮਣੀ ਕਰਮ ਹੈ, ਸਿਰ ਸ਼੍ਰੋਮਣੀ। ਪਰ ਵਾਹਿਗੁਰੂ ਨੇ ਜਿਹਦੇ ਧੁਰੋਂ ਮਸਤਕ ਦੇ ਸੋਹਣੇ ਲੇਖ ਪਾਏ ਨੇ, ਉਹਨਾਂ ਨੂੰ ਪਹਿਲੇ ਲਿਖੇ ਹੋਏ ਲੇਖਾਂ ਦੇ ਮੁਤਾਬਕ ਹੀ ਇਹ ਪ੍ਰਾਪਤ ਹੁੰਦਾ ਹੈ ਕਰਮ। ਜਿਸ ਪੁਰਬ ਲਿਖੇ ਕਾ ਲਹਿਣਾ, ਤੇਰਾ ਸੇਵਕ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ, ਅਸੀਂ ਤੇਰੇ ਨਾਮ ਰੰਗ ਵਿੱਚ ਮਸਤ ਹੋਏ ਹਾਂ, ਇਹ ਕਰਮ ਤੂੰ ਸਾਨੂੰ ਬਖਸ਼ਿਸ਼ ਕੀਤਾ ਹੈ। ਤੇਰੋ ਸੇਵਕ ਇਹ ਰੰਗ ਮਾਤਾ, ਨਾਮ ਦੇ ਰੰਗ ਵਿੱਚ ਮਨ ਮਸਤ ਹੋ ਗਿਆ, ਮੰਨ ਗਿਆ ਹੈ। ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਵਾਹਿਗੁਰੂ ਦੇ ਕੀਰਤਨ ਕਰਨ ਵਿੱਚ, ਕੀਰਤਨ ਭਗਤੀ ਵਿੱਚ ਸਾਡਾ ਮਨ ਰੰਗਿਆ ਗਿਆ ਹੈ। ਐਸਾ ਸ਼੍ਰੋਮਣੀ ਕਰਮ ਹੈ ਜਿਹਨੂੰ ਨਾ ਕਰਨ ਕਰਕੇ ਮਹਾਰਾਜ ਜੀ ਅੱਜ ਕੱਤਕ ਦਾ ਮਹੀਨਾ ਚੜ੍ਹਿਆ ਹੈ। ਅੱਸੂ ਦਾ ਮਹੀਨਾ ਸੰਪੂਰਨ ਹੋਣ ਤੋਂ ਬਾਅਦ ਕੱਤਕ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਕੱਤਕ ਦੇ ਮਹੀਨੇ ਦੀ ਸੰਗਰਾਂਦ ਹੈ। ਮਹਾਰਾਜ ਜੀ 12 ਮਾਹਾਂ ਬਾਣੀ ਵਿੱਚ ਸੁੰਦਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਇਹੋ ਹੀ ਭਾਵ ਰੱਖ ਰਹੇ ਨੇ ਕਿ ਜਿਹੋ ਜਿਹੇ ਜੀਵ ਕਰਮ ਕਰਦੇ ਉਹ ਵਛ ਭੋਗਣੇ ਪੈਂਦੇ ਨੇ। ਕਰਮਾਂ ਅਨੁਸਾਰ ਜੀਵਾਂ ਨੂੰ ਫਲ ਮਿਲਦਾ ਹੈ। ਚੰਗੇ ਕਰਮ ਜੇ ਕੋਈ ਕਰਦਾ ਹੈ, ਸੰਸਾਰ ਵਿੱਚ ਪਰਉਪਕਾਰ ਕਰਦਾ ਹੈ, ਦੂਜਿਆਂ ਦੀ ਖਾਤਰ ਦੂਜਿਆਂ ਦਾ ਭਲਾ ਕਰਦਾ ਹੈ, ਮਦਦ ਕਰਦਾ ਹੈ, ਸੋਹਣੀ ਸੋਚ ਹੈ, ਮਨ ਬਾਣੀ ਸਰੀਰ ਕਰਕੇ ਕੀਤੇ ਹੋਏ ਕਰਮਾਂ ਨੂੰ ਕਰਮ ਕਿਹਾ ਹੈ, ਕੀਤੀ ਹੋਈ ਕਿਰਿਆ ਨੂੰ। ਮਨ ਪਹਿਲਾਂ ਸੋਚਦਾ ਹੈ, ਚਿਤਵਨੀ ਪੈਦਾ ਹੁੰਦੀ ਸੋਚ, ਫਿਰ ਸੋ ਇਸ ਤਰੀਕੇ ਨਾਲ ਜ਼ੁਬਾਨ ਤੋਂ ਉਹਨੂੰ ਕਹਿੰਦਾ ਹੈ ਕਿ ਆਹ ਕਰ ਲਈ, ਫਿਰ ਸਰੀਰ ਰਾਹੀਂ ਕਰਦਾ ਹੈ। ਜਦੋਂ ਕਰ ਦਿੰਦਾ ਉਦੋਂ ਕਰਮ ਬਣ ਜਾਂਦੇ ਨੇ, ਉਹਨਾਂ ਦਾ ਫਲ ਫਿਰ ਅਵੱਛ ਮਿਲਦਾ ਹੈ। ਹਰ ਅਸ਼ੁਭ ਕਰਮਾਂ ਦਾ ਫਲ ਹੀ ਦੁੱਖ ਅਤੇ ਸੁੱਖ ਹੋਇਆ ਕਰਦੇ ਨੇ। ਸੋਹਣੇ ਕਰਮਾਂ ਦਾ, ਸ੍ਰੇਸ਼ਟ ਕਰਮਾਂ ਦਾ ਫਲ ਸੁੱਖ, ਅਤੇ ਮਾੜੇ ਨਿਖਿੱਧ ਨੀਚ ਕਰਮਾਂ ਦਾ ਫਲ ਦੁੱਖ ਜੀਵਾਂ ਨੂੰ ਮਿਲਦੇ ਨੇ। ਉਹਦੇ ਮੁਤਾਬਕ ਹੀ ਮਸਤਕ ਦੇ ਲੇਖ ਲਿਖੇ ਜਾਂਦੇ ਨੇ। ਅਗੰਮੀ ਕਲਮ ਲੇਖ ਲਿਖਦੀ ਹੈ ਅਤੇ ਉਹ ਸਰੀਰ ਧਾਰਨ ਕਰਕੇ, ਭਾਵੇਂ ਮਨੁੱਖਾ ਸਰੀਰ ਹੋਵੇ ਜਾਂ ਦੂਜੀਆਂ ਜੂਨੀਆਂ ਹੋਣ, ਪਸ਼ੂ ਪੰਛੀ, ਉਹ ਕਰਮ ਜਿਹੜੇ ਭੋਗਣੇ ਪੈਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਪੌੜੀ ਵਿੱਚ 12 ਮਾਹਾਂ ਰਾਹੀਂ ਸਾਨੂੰ ਸਮਝਾ ਰਹੇ ਹਨ ਕਿ ਭਾਈ ਜਿਹੋ ਜਿਹੇ ਕਰਮ ਕੋਈ ਕਰਦਾ ਹੈ, ਉਹੋ ਜਿਹੇ ਅਵੱਛ ਉਹਦਾ ਫਲ ਭੋਗਣਾ ਪੈਂਦਾ ਹੈ। ਮਨੁੱਖ ਦਾ ਸੁਭਾਅ ਹੈ ਕਿ ਇਹ ਰੱਬ ਨੂੰ ਦੋਸ਼ ਦਿੰਦਾ ਹੈ ਦੁੱਖ ਆਉਣ 'ਤੇ, ਔਰ ਉਸ ਵੇਲੇ ਰੱਬ ਨੂੰ ਉਲਾਂਭਾ ਦਿੰਦਾ, ਦੁੱਖ ਦਿੰਦਾ ਕਿ ਮੈਨੂੰ ਰੱਬ ਨੇ ਦੁੱਖ ਦਿੱਤਾ ਹੈ, ਰੱਬ ਦੁੱਖ ਦਿੰਦਾ ਹੈ। ਜਾਂ ਕਿਸੇ ਸੋ ਬੰਦੇ 'ਤੇ ਦੋਸ਼ ਮੜ ਦਿੰਦਾ ਹੈ।
ਆਪਣੇ ਆਪ ਨੂੰ ਨਹੀਂ ਮੰਨਦਾ ਕਿ ਮੇਰੇ ਮਾੜੇ ਕਰਮਾਂ ਦਾ ਫਲ ਹੈ, ਦੂਜੇ ਨੂੰ ਦੋਸ਼ ਦਿੰਦਾ ਹੈ ਜਾਂ ਕਿਸੇ ਮਨੁੱਖ ਨੂੰ ਦੇ ਦਿੰਦਾ ਹੈ ਔਰ ਜਾਂ ਰੱਬ ਨੂੰ ਉਲਾਂਭਾ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਯੋਗ ਨਹੀਂ ਹੈ ਰੱਬ ਨੂੰ ਉਲਾਂਭਾ ਦੇਣਾ ਜਾਂ ਕਿਸੇ ਹੋਰ ਦੇ ਉੱਪਰ ਮੜ ਦੇਣਾ। ਦੁੱਖ ਜਿਹੜਾ ਹੈ, ਇੱਛਾ ਦਾ ਨਾ ਪੂਰਾ ਹੋਣਾ ਵੀ ਆਪਣੇ ਕਰਮਾਂ ਦਾ ਫਲ ਹੁੰਦਾ ਹੈ। ਕਰਮਾਂ ਮੁਤਾਬਕ ਹੀ ਜੀਵਾਂ ਨੂੰ ਜੀ ਦਾਨ ਮਿਲਦਾ ਹੈ, ਸੁੱਖ ਮਿਲਦੇ ਨੇ, ਪਦਾਰਥ ਮਿਲਦੇ ਹਨ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦੇ ਭਾਣੇ ਨੂੰ ਮੰਨਣ ਦਾ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ ਕਿ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਕੱਤਕ ਦੇ ਮਹੀਨੇ ਦੁਆਰਾ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਜਿਹੜੇ ਕਰਮ ਕਮਾਵਣੇ, ਕਰਮ ਕਮਾਉਣੇ ਹੁੰਦੇ ਆ ਨਾ। ਕੱਤਕ ਦੇ ਮਹੀਨੇ ਵਿੱਚ ਕਿਉਂ ਕਿਹਾ ਹੈ? ਕਿਉਂਕਿ ਕੱਤਕ ਦੇ ਮਹੀਨੇ ਵਿੱਚ ਸਾਧ ਸੰਗਤ ਜੀ ਜਿਸ ਥਾਂ 'ਤੇ ਪੰਜਾਬ ਦੀ ਧਰਤੀ 'ਤੇ ਬਾਣੀ ਮਹਾਰਾਜ ਉਚਾਰਨ ਕਰ ਰਹੇ ਨੇ, ਹਰਿਮੰਦਰ ਸਾਹਿਬ ਬੈਠੇ ਹੋਏ, ਅੰਮ੍ਰਿਤਸਰ ਸਾਹਿਬ ਦੀਵਾਨ ਹਾਲ ਮੰਜੀ ਸਾਹਿਬ ਦੇ ਮੂਹਰੇ, ਉੱਥੇ ਕੱਤਕ ਦੇ ਮਹੀਨੇ ਵਿੱਚ ਹਾੜੀ ਦੀ ਫਸਲ ਬੀਜੀ ਜਾਂਦੀ ਹੈ, ਕਣਕ ਬੀਜੀ ਜਾਂਦੀ ਹੈ। ਪੈਲੀ ਨੂੰ ਠਾਰ ਕੇ ਪਾਣੀ ਲਾ ਕੇ ਅਤੇ ਉਹਨੂੰ ਸਾਫ਼ ਕਰਕੇ ਐਨ ਘਾਹ ਆਦਿ ਕੱਢ ਕੇ ਵਾਹ ਕੇ ਸੁਹਾਗਾ ਮਾਰ ਕੇ ਸੋਹਣੇ ਬਣਾ ਕੇ ਕਿਆਰਿਆਂ ਨੂੰ, ਖੇਤਾਂ ਨੂੰ ਬੜੀ ਫੱਬਦੇ ਹੁੰਦੇ ਆ ਪੈਲੀਆਂ ਅੱਜ ਕੱਲ੍ਹ। ਜਦੋਂ ਝੋਨੇ ਤੋਂ ਬਾਅਦ ਕਣਕ ਬੀਜੀ ਜਾਂਦੀ ਹੈ, ਸਾਫ਼ ਕਰਕੇ ਫਿਰ ਹਾੜੀ ਦੀ ਫਸਲ ਕਣਕ ਬੀਜੀ ਜਾਂਦੀ ਹੈ। ਉਹ ਇੱਕ ਕਿੱਲੇ ਦੇ ਵਿੱਚ ਮਣ ਸਵਾ ਮਣ ਬੀਜ ਪੈਂਦਾ ਹੈ ਅਤੇ ਸੈਂਕੜੇ ਗੁਣਾ ਹੋ ਕੇ ਫਲਦਾ ਹੈ। 50 ਗੁਣਾ 40-50 ਗੁਣਾ ਉਹ ਕਣਕ ਨਿਕਲਦੀ ਹੈ। ਅਤੇ ਫਿਰ ਜ਼ਿਮੀਂਦਾਰ ਨੂੰ ਸੁੱਖ ਮਿਲਦਾ, ਕਰਜ਼ੇ ਵੀ ਲੈ ਜਾਂਦੇ ਹੈ, ਸੋ ਸਾਰੀ ਤਰ੍ਹਾਂ ਕਰਕੇ ਰੱਜ ਜਾਂਦਾ ਹੈ, ਸੁੱਖ ਮਾਣਦਾ ਹੈ, ਉਹ ਖਾਂਦਾ ਹੈ ਸਾਰਾ ਸਾਲ। ਸੋ ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਬਾਹਰੀ ਤੌਰ 'ਤੇ ਸਮਝਾਉਣ ਵਾਸਤੇ ਕਿ ਸਾਡੇ ਕਰਮਾਂ ਦਾ ਫਲ ਜਿਹੋ ਜਿਹਾ ਅਸੀਂ ਬੀਜਾਂਗੇ ਉਹ ਵੱਛ ਵੱਢਦੇ ਹਾਂ। ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਕੱਤਕ ਦੇ ਮਹੀਨੇ ਵਿੱਚ, ਕੱਤਕ ਦੇ ਮਹੀਨੇ ਰਾਹੀਂ ਉਪਦੇਸ਼ ਦਿੰਦੇ ਨੇ ਵੀ ਜਿਹੋ ਜਿਹੇ ਜੀਵਾਂ ਨੇ ਕਰਮ ਕਮਾਉਣੇ ਕੀਤੇ ਨੇ, ਭਾਵੇਂ 12 ਮਹੀਨੇ 30 ਦਿਨ ਕਰਮ ਕਰਦੇ ਹਾਂ ਅਸੀਂ। ਸੋ ਜੇ ਕਿਸੇ ਨੇ ਕਰਮ ਕਮਾਏ ਨੇ ਨਾ, ਬੀਜਿਆ ਹੈ, ਕਮਾਵਣੇ ਕੀਤੇ ਹੈ, ਦੋਸ ਨਾ ਕਾਹੂ ਜੋਗ, ਉਹੋ ਜਿਹਾ ਫਲ ਮਿਲਦਾ ਹੈ। ਚੰਗੇ ਕਰਮਾਂ ਦਾ ਫਲ ਸੁੱਖ, ਮਾੜੇ ਕਰਮਾਂ ਦਾ ਫਲ ਦੁੱਖ ਆ ਕੇ ਲੱਗਦਾ ਹੈ। ਦੋਸ ਨਾ ਕਾਹੂ ਜੋਗ, ਕਿਸੇ ਹੋਰ ਨੂੰ, ਪਰਾਏ ਨੂੰ ਦੋਸ਼ ਦੇਣਾ ਈਰਖਾ ਦੇ ਵੱਸ ਹੋ ਕੇ ਵੀ ਇਹਦੇ ਕਰਕੇ ਮੇਰਾ ਕੰਮ ਨਹੀਂ ਬਣਿਆ, ਇਹਦੇ ਕਰਕੇ ਮੈਨੂੰ ਦੁੱਖ ਮਿਲਿਆ ਹੈ। ਦੋਸ ਨਾ ਕਾਹੂ ਜੋਗ, ਜਾਂ ਪਰਮੇਸ਼ਰ ਨੂੰ ਉਲਾਂਭਾ ਦੇਣਾ, ਇਹ ਯੋਗ ਨਹੀਂ ਹੈ। ਦੋਸ ਨਾ ਕਾਹੂ ਜੋਗ, ਕਿਸੇ ਹੋਰ ਨੂੰ ਦੋਸ਼ ਦੇਣਾ, ਰੋਪਣਾ, ਸੋ ਮਹਾਰਾਜ ਜੀ ਕਹਿੰਦੇ ਯੋਗ ਨਹੀਂ ਹੈ। ਦੋਸ ਨਾ ਕਾਹੂ ਦੀਜੀਐ, ਪ੍ਰਭ ਆਪਣਾ ਧਿਆਈਐ। ਔਰ ਦੋਸ ਨਾ ਦੀਜੈ ਕਾਹੂ ਲੋਗ, ਜੋ ਕਮਾਵਣ ਸੋਈ ਭੋਗ। ਇਹ ਵੀ ਸੁੰਦਰ ਬਚਨ ਆਉਂਦੇ ਨੇ ਕਿ ਕਿਸੇ ਹੋਰ ਲੋਕਾਂ ਨੂੰ ਦੋਸ਼ ਨਾ ਦੇ, ਜੋ ਕਮਾਵਣ ਸੋਈ ਭੋਗ। ਜੋ ਕਮਾਵਣਾ ਕੀਤਾ ਨਾ ਉਹੀ ਭੋਗਣਾ ਪੈਂਦਾ, ਉਹੀ ਭੋਗ ਰਿਹਾ ਹੈ। ਆਪੇ ਬੀਜ ਆਪੇ ਹੀ ਖਾਹ। ਮਹਾਰਾਜ ਕਹਿੰਦੇ ਆਪੇ ਹੀ ਬੀਜ, ਆਪੇ ਹੀ ਬੀਜਦਾ ਹੈ ਅਤੇ ਆਪ ਹੀ ਖਾਂਦਾ ਕਿਸਾਨ ਉਹਦਾ ਫਲ। ਜਿਹੋ ਜਿਹਾ ਬੀਜਦਾ ਉਹ ਵੱਢ ਲੈਂਦਾ ਫਸਲ। ਸੋ ਵਾਹਿਗੁਰੂ ਕਰਮਾਂ ਦੇ ਅਨੁਸਾਰ ਹੀ ਫਲ ਭੁਗਤਾਉਂਦਾ ਹੈ। ਆਪ ਨਿਰਦੋਸ਼ ਹੈ, ਨਿਰਲੇਪ ਹੈ, ਸੰਗ ਹੈ। ਕਰਮਾਂ ਦਾ ਫਲ ਜ਼ਰੂਰ ਜੀਵਾਂ ਨੂੰ ਭੁਗਤਾਉਂਦਾ ਹੈ। ਕਿਸੇ ਨੂੰ ਦੋਸ਼ ਦੇਣਾ ਠੀਕ ਨਹੀਂ ਹੈ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਦੂਜਾ ਇਹ ਹੈ ਵੀ ਵਾਹਿਗੁਰੂ ਦੀ ਬੰਦਗੀ ਕਰਨੀ, ਸਿਮਰਨ ਕਰਨਾ, ਸੇਵਾ ਕਰਨੀ, ਨਿਸ਼ਕਾਮ ਹੋ ਕੇ, ਵਾਸ਼ਨਾ ਤੋਂ ਰਹਿਤ ਹੋ ਕੇ ਗੁਰੂ ਦੇ ਦਰ ਦੀ ਸੇਵਾ ਕਰਨੀ, ਫਿਰ ਸਿਮਰਨ ਕਰਨਾ, ਸਭ ਤੋਂ ਉੱਤਮ ਕਰਮ ਇਹ ਹੈ।
ਸ਼੍ਰੋਮਣੀ ਕਰਮ ਹੈ। ਇਹ ਕਰਨ ਵਾਸਤੇ ਮਹਾਰਾਜ ਜੀ ਨੇ ਸਾਨੂੰ ਵਾਰ-ਵਾਰ ਬਾਣੀ ਵਿੱਚ ਕਿਹਾ ਹੈ, ਤਾਂ ਕਿ ਮਾੜੇ ਕਰਮ ਜਿਹੜੇ ਨਿਖਿੱਧ ਕਰਮ ਨੇ, ਮਾੜੀ ਸੋਚਣੀ ਹੈ ਜਿਹੜੀ, ਮਨ ਬਾਣੀ ਸਰੀਰ ਕਰਕੇ ਸਭ ਨਿਕਲ ਜਾਣ, ਨਾਸ ਹੋ ਜਾਣ, ਧੋਤੇ ਜਾਣ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਹੋਵੇ, ਫਿਰ ਸੁੱਖ ਹੀ ਮਿਲੇ। ਸਭ ਤੋਂ ਸ਼੍ਰੋਮਣੀ ਕਰਮ ਨਾਮ ਹੈ। ਜਪ ਮਨ ਸਤਨਾਮ ਸਦਾ ਸਤਨਾਮ, ਇਸੇ ਕਰਕੇ ਕਿਹਾ ਹੈ। ਔਰ ਉਹ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜੀਵਾਂ ਨੇ, ਉਹ ਵਾਹਿਗੁਰੂ ਦੇ ਨਾਮ ਨੂੰ ਜਿਸ ਕਰਮ ਨੇ ਸਾਰੇ ਮਾੜੇ ਕਰਮ ਸਾੜ ਕੇ ਸੁਆਹ ਕਰ ਦੇਣੇ ਸੀ, ਸੁੱਖ ਦੇਣੇ ਹਨ, ਉਹ ਕਰਮ ਤੇ ਕੀਤਾ ਹੀ ਨਹੀਂ ਇਹਨਾਂ ਜੀਵਾਂ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਭੁੱਲਿਆ, ਉਹ ਨਾਮ ਨੂੰ ਵਿਸਾਰਨ ਕਰਕੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਵਿਆਪਨ ਸਭੇ ਰੋਗ, ਇਹਨਾਂ ਜੀਵਾਂ ਨੂੰ ਸਾਰੇ ਰੋਗ ਆ ਕੇ ਲੱਗ ਜਾਂਦੇ ਨੇ। ਉਹ ਰੋਗ ਨੇ ਮਨ ਦੇ ਰੋਗ, ਤਨ ਦੇ ਰੋਗ, ਆਦਿ ਵਿਆਧੀ ਉਪਾਧੀ, 3 ਤਰ੍ਹਾਂ ਦੇ ਰੋਗ ਆ ਕੇ ਲੱਗ ਜਾਂਦੇ ਨੇ। ਮਨ ਵੀ ਤੌਖਲਾ ਬਣਿਆ ਰਹਿੰਦਾ, ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਾਰੂ ਰਹਿੰਦੇ ਨੇ, ਜਿਨ੍ਹਾਂ ਕਰਕੇ ਜੀਵ ਦਾ ਤਨ ਵੀ ਸੜਦਾ ਹੈ। ਔਰ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਾਰੀ ਤਰ੍ਹਾਂ ਦੇ ਰੋਗ ਹੀ ਆ ਕੇ ਲੱਗ ਜਾਂਦੇ ਨੇ। ਮਨ ਦੀਆਂ ਟੈਨਸ਼ਨਾਂ ਵੀ, ਕੋਈ ਨਾ ਕੋਈ ਚਿੰਤਾ ਪਈ ਰਹਿੰਦੀ ਵਾਹਿਗੁਰੂ ਦੇ ਯਾਦ ਨੂੰ ਭੁਲਾਉਣ ਕਰਕੇ। ਜੇ ਸਿਮਰਨ ਹੁੰਦਾ ਤਾਂ ਟੈਨਸ਼ਨਾਂ ਵੀ ਖਤਮ ਹੋ ਜਾਂਦੀਆਂ ਨੇ। ਹੋਰ ਕੋਈ ਇਲਾਜ ਨਹੀਂ ਹੈ ਚਿੰਤਾ ਦਾ, ਵਾਹਿਗੁਰੂ ਦਾ ਚਿੰਤਨ ਹੀ ਇਲਾਜ ਹੈ, ਸਿਮਰਨ ਹੀ ਇਲਾਜ ਹੈ। ਸੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਾਰੂ ਹੁੰਦੇ ਨੇ, ਜਿਹਦੇ ਕਰਕੇ ਸਰੀਰ ਵੀ ਦੁਖੀ ਹੁੰਦਾ ਹੈ, ਭੁੱਜਦਾ ਹੈ। ਜਿੱਥੇ ਮਨ ਸੜਦਾ ਭੁੱਜਦਾ ਹੀ ਨਾ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਉਹ ਕਰਮ ਕੀਤਾ ਹੀ ਨਹੀਂ, ਸ਼੍ਰੋਮਣੀ ਕਰਮ ਜਿਹਨੂੰ ਵਾਰ-ਵਾਰ ਗੁਰੂ ਸਾਹਿਬ ਤਾਕੀਦ ਕਰਦੇ ਨੇ, ਕਿਤੇ ਢਿੱਲ ਨਹੀਂ ਦਿੱਤੀ। ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ ਕਿ ਨਾ ਆਵੈ ਰਾਮ। ਵਾਹਿਗੁਰੂ ਨੂੰ ਭੁਲਾਉਣ ਕਰਕੇ, ਸ਼੍ਰੋਮਣੀ ਕਰਮ ਨਾ ਕਰਨ ਕਰਕੇ, ਹਰੀ ਦੀ ਕੀਰਤੀ ਵਿਆਪਨ ਸਭੇ ਰੋਗ, ਇਹ ਜੀਵਾਂ ਨੂੰ, ਕਲਯੁਗੀ ਜੀਵਾਂ ਨੂੰ ਸਾਰੇ ਰੋਗ ਆ ਕੇ, ਮਨ ਦੀਆਂ ਚਿੰਤਾਵਾਂ, ਟੈਨਸ਼ਨਾਂ, ਸਰੀਰਕ ਰੋਗ, ਵਿਆਧੀ ਉੱਪਰੋਂ ਆ ਕੇ ਪਏ ਹੋਏ ਅਚਾਨਕ, ਇਹ ਸਾਰੇ ਰੋਗ ਆ ਕੇ ਲੱਗ ਜਾਂਦੇ ਨੇ। ਆਦਿ ਵਿਆਧੀ ਉਪਾਧੀ, ਇਹ ਖਹਿੜਾ ਨਹੀਂ ਛੱਡਦੇ ਜੀਵਾਂ ਦਾ। ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ, ਵਾਹਿਗੁਰੂ ਦੇ ਰਾਮ ਤੋਂ ਜੋ ਸਰਬ ਵਿਆਪਕ ਹੈ, ਵੇਮੁਖ ਹੋਣ ਕਰਕੇ, ਆਪ ਹੁਦਰੇ ਹੋਣ ਕਰਕੇ, ਮਨਮੁਖਪਣਾ ਹੋਣ ਕਰਕੇ, ਲੱਗਣ ਜਨਮ ਵਿਜੋਗ, ਇਹਨਾਂ ਜੀਵਾਂ ਨੂੰ ਜਨਮਾਂ ਜਨਮਾਂ ਦੇ ਵਿਛੋੜੇ ਲੱਗ ਜਾਂਦੇ ਨੇ। ਫਿਰ 84 ਦੇ ਗੇੜ ਵਿੱਚ ਪੈ ਜਾਂਦੇ ਨੇ, ਕਾਲ ਚੱਕਰ ਪੈ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜੰਮੈ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਐਸਾ ਕਾਲ ਚੱਕਰ ਪੈ ਜਾਂਦਾ ਹੈ। ਸੋ ਲੱਗਣ ਜਨਮ ਵਿਜੋਗ, ਜਨਮਾਂ ਜਨਮਾਂ ਦਾ ਵਿਛੋੜਾ ਪੈ ਜਾਂਦਾ ਹੈ, ਲੱਗ ਜਾਂਦਾ ਹੈ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਸਾਰੀ ਉਮਰਾਂ ਪ੍ਰਤੀ ਮਾਇਆ ਦੇ ਭੋਗ ਪਦਾਰਥਾਂ ਵਿੱਚ ਹੀ ਜੀਵ ਦਾ ਮਨ ਲੱਗਾ ਰਹਿੰਦਾ ਹੈ। ਪਦਾਰਥਾਂ ਨੂੰ ਇਕੱਠੇ ਕਰਨ ਵਿੱਚ, ਮਾਇਆ ਦੇ ਫੁਰਨਿਆਂ ਵਿੱਚ, ਵਾਸ਼ਨਾ ਦੇ ਅਧੀਨ ਹੀ ਇਹਨਾਂ ਜੀਵਾਂ ਦਾ ਮਨ ਲੱਗਾ ਰਹਿੰਦਾ। ਤਮਾ ਬਹੁਤ ਜ਼ਿਆਦਾ ਹੈ, ਉਮਰਾਂ ਛੋਟੀ ਹੈ। ਦੂਜੇ ਯੁੱਗਾਂ ਦੇ ਮੁਕਾਬਲੇ ਵਾਸ਼ਨਾ ਦੀ ਪੰਡ ਹੀ ਚੁੱਕੀ ਫਿਰਦਾ ਰਹਿੰਦਾ ਹਰ ਵੇਲੇ। ਔਰ ਉਹ ਪਦਾਰਥ ਜਿਹੜੇ ਨੇ ਸਾਥ ਨਹੀਂ ਦਿੰਦੇ ਵਾਹਿਗੁਰੂ ਦੇ ਨਾਮ ਨੂੰ ਭੁਲਾਉਣ ਕਰਕੇ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਜਿਨੇ ਮਾਇਆ ਦੇ ਮਾਇਕੀ ਰੰਗ ਤਮਾਸ਼ੇ ਪਦਾਰਥ ਘਰ ਬਾਰ ਪ੍ਰੋਪਰਟੀ, ਉਹ ਇੱਕ ਖਿਨ ਦੇ ਵਿੱਚ ਹੀ ਕੌੜੇ ਹੋ ਜਾਂਦੇ ਨੇ, ਦੁਖਦਾਇਕ ਹੋ ਜਾਂਦੇ ਨੇ। ਖਿਨ ਹੀ ਲੱਗਦਾ ਹੈ ਜਦੋਂ ਮੌਤ ਆਉਂਦੀ ਹੈ, ਕਾਲ ਆ ਕੇ ਝਪਟ ਮਾਰ ਲੈਂਦਾ ਹੈ, ਜੀਵ ਆਤਮਾ ਨੂੰ ਸਰੀਰ ਵਿੱਚੋਂ ਲੈ ਜਾਂਦਾ ਹੈ। ਉਦੋਂ ਕੌੜੇ ਤੋਂ ਭਾਵ ਦੁਖਦਾਇਕ ਹੋ ਜਾਂਦੇ ਨੇ, ਨਾਲ ਨਹੀਂ ਨਿਭਦੇ। ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਿਹਨੇ ਨਾਲ ਨਿਭਣਾ ਹੁੰਦਾ ਹੈ।
ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਵਿੱਚੋ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਫਿਰ ਕੋਈ ਉੱਥੇ ਨਾਮ ਨੇ ਰੱਖਿਆ ਕਰਨੀ ਸੀ, ਵਿੱਚੋਂ ਦਾ ਅਰਥ ਵਿਚੋਲਗੀ, ਚੱਚੇ ਨੂੰ ਔਂਕੜ ਹੈ, ਵਿੱਚ ਰੱਖਿਆ ਕਰਨੀ ਸੀ, ਵਿਚੋਲਗੀ ਕਰਨੀ ਸੀ। ਵਾਹਿਗੁਰੂ ਦੇ ਨਾਮ ਨੇ, ਗੁਰੂ ਪਰਮੇਸ਼ਰ ਨੇ ਗੁਰੂ ਦੇ ਸਨਮੁਖ ਆ ਕੇ ਗੁਰੂ ਵਾਲਾ ਬਣ ਕੇ ਤੇ ਨਾਮ ਸਤ ਸੰਗਤ ਕਰਕੇ ਨਾਮ ਤੇ ਨਹੀਂ ਜਪਿਆ, ਇਸ ਕਰਕੇ ਹੁੰਦਾ ਵਿੱਚ ਨਾ ਕੋਈ ਕਰ ਸਕੈ। ਕੋਈ ਵਿਚੋਲਗੀ ਨਹੀਂ ਉੱਥੇ ਹੋਰ ਕਰ ਸਕਦਾ, ਹੋਰ ਕੋਈ ਨਾਮ ਤੋਂ ਬਿਨਾਂ ਛੁਡਾ ਨਹੀਂ ਸਕਦਾ ਹੈ। ਕਿਸ ਥੈ ਰੋਵੈ ਰੋਜ਼, ਫਿਰ ਜੂਨੀਆਂ ਵਿੱਚ ਪਾਇਆ ਜਾਂਦਾ ਹੈ। ਕਿਹਦੇ ਅੱਗੇ ਫਿਰ ਰੋਜ਼ ਰੋਵੇਂਗਾ? ਫਿਰ ਤੇ ਜੂਨੀਆਂ ਵਿੱਚ ਪੈ ਕੇ ਮਰ ਗਿਆ, ਜੰਮ ਪਿਆ, ਮਰ ਗਿਆ। ਆਪਾਂ ਵੇਖਦੇ ਹਾਂ ਡਿਸਕਵਰੀ 'ਤੇ ਕਿਵੇਂ ਇੱਕ ਜੀਵ ਇੱਕ ਦੂਜੇ ਨੂੰ ਪਾੜਦੇ ਨੇ, ਖਾਂਦੇ ਹਨ। ਕਿਹਦੇ ਕੋਲੇ ਹਰ ਰੋਜ਼ ਰੋਵੇਂਗਾ, ਕਗਿਆਵੇਂਗਾ। ਕਿਸ ਥੈ ਰੋਵੈ ਰੋਜ਼, ਫਿਰ ਲੰਬਾ ਚੱਕਰ ਪੈ ਜਾਵੇਗਾ ਅਰਬਾਂ ਸਾਲਾਂ ਦਾ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਿਸੇ ਦਾ ਆਪਣਾ ਕੀਤਾ ਹੋਇਆ, ਫਿਰ ਕੀਤਾ ਹੋਇਆ ਕੁਝ ਨਹੀਂ ਹੁੰਦਾ ਹੈ। ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਇਹ ਜੀਵਾਂ ਤੋਂ ਤਾਂ ਨਹੀਂ ਇਹ ਕਰਮ ਹੁੰਦਾ ਕਿ ਕਿਉਂਕਿ ਧੁਰਿਓਂ ਸੰਜੋਗ ਇਹਨਾਂ ਦਾ ਲਿਖਿਆ ਹੁੰਦਾ ਹੈ। ਪਦਾਰਥਾਂ ਦੇ ਨਾਲ ਵਾਸ਼ਨਾ ਪ੍ਰਬਲ ਕਰਮਾਂ ਦੇ ਮੁਤਾਬਕ ਸੰਜੋਗ ਪਿਆ ਹੁੰਦਾ। ਜਿਹੋ ਜਿਹੇ ਕਰਮ ਕੀਤੇ ਹੁੰਦੇ ਨੇ, ਸੋਹਣੇ ਨਿਸ਼ਕਾਮ ਕਰਮ ਕੀਤੇ ਹੋਣ ਤਾਂ ਹੀ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਸੇਵਾ ਸਿਮਰਨ ਨਾਲ ਜੁੜਦਾ ਹੈ। ਸੰਜੋਗ ਹੀ ਉਹਨਾਂ ਕਰਮਾਂ ਦਾ ਲੇਖ ਹੀ ਇਹੋ ਜਿਹਾ ਪਿਆ ਹੁੰਦਾ ਕਿ ਮਾਨਸ ਜਨਮ ਵੀ ਗਵਾ ਕੇ ਚਲਿਆ ਜਾਂਦਾ ਹੈ। ਅਮੋਲਕ ਜਨਮ ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਨੂੰ ਵੱਡਿਆਂ ਭਾਗਾਂ ਵਾਲਿਆਂ ਨੂੰ, ਵੱਡੇ ਭਾਗ ਉੱਤਮ ਕਰਮ ਜਿਨ੍ਹਾਂ ਦੇ ਹੁੰਦੇ ਨੇ, ਸੋਹਣੇ ਲੇਖ ਪਏ ਹੁੰਦੇ ਨੇ, ਮੇਰਾ ਪ੍ਰਭ ਮਿਲੈ, ਉਹਨਾਂ ਨੂੰ ਸਰਬ ਵਿਆਪਕ ਮੇਰੇ ਪ੍ਰਭੂ ਦਾ ਨਾਮ ਮਿਲਦਾ ਹੈ। ਗੁਰੂ ਦੇ ਰਾਹੀਂ ਨਾਮ ਦੀ ਦਾਤ ਮਿਲ ਕੇ ਉਹ ਨਾਮ ਨੂੰ ਜਪ ਕੇ ਵਾਹਿਗੁਰੂ ਦੇ ਨਾਲ ਮਿਲ ਜਾਂਦੇ ਨੇ। ਤਾਂ ਉਤਰੈ ਸਭ ਵਿਯੋਗ, ਤਾਂ ਉਹਨਾਂ ਦਾ ਸਾਰੀ ਤਰ੍ਹਾਂ ਦਾ ਜਨਮਾਂ ਜਨਮਾਂ ਦਾ ਵਿਛੋੜਾ ਪਿਆ ਹੁੰਦਾ, ਜਿਹੜਾ ਜਨਮ ਜਨਮ ਕਾ ਵਿਛੜਿਆ ਮਿਲਿਆ। ਸਾਧ ਕਿਰਪਾ ਤੇ ਸੂਕਾ ਹਰਿਆ, ਸੁਮਤ ਪਾਏ ਨਾਮ ਤੇ ਆਏ, ਬਹੁੜ ਨ ਹੋਈ ਆ ਜਵਲਾ ਜੀ। ਉਹਨਾਂ ਦਾ ਸਾਰਾ ਹੀ ਵਿਯੋਗ, ਵਿਛੋੜਾ ਜਿਹੜਾ ਹੈ, ਵਿਯੋਗ ਆ, ਉਹ ਉਤਰ ਜਾਂਦਾ ਹੈ, ਲਹਿ ਜਾਂਦਾ ਹੈ। ਆਪਣਾ ਵਿਛੋੜਾ ਲਾਹ ਲੈਂਦੇ ਨੇ, ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਅਖੀਰ ਮਹਾਰਾਜ ਅਰਦਾਸ ਕਰਨ ਦਾ ਵੱਲ ਸਿਖਾ ਰਹੇ ਨੇ ਕਿ ਸੱਚੇ ਪਾਤਸ਼ਾਹ ਗੁਰੂ ਪਰਮੇਸ਼ਰ ਦੇ ਅੱਗੇ ਆ ਕੇ ਇਉਂ ਅਰਦਾਸ ਕਰੋ, ਹੱਥ ਜੋੜ ਕੇ, ਮਹਾਰਾਜ ਜੀ ਆਪਣੇ ਕਰਮਾਂ ਕੀ ਗਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ। ਭਗਤ ਕਬੀਰ ਸਾਹਿਬ ਜੀ ਕਰਦੇ ਨੇ ਕਿ ਮਹਾਰਾਜ ਸਾਡੇ ਕਰਮਾਂ ਦਾ ਫਲ ਆ, ਪਰ ਸਾਡੇ ਅਸੀਂ ਕਰਮ ਜਿਹੜੇ ਕੀਤੇ ਹੋਏ ਨੇ, ਲੇਖ ਪਏ ਨੇ, ਹੁਣ ਸਾਨੂੰ ਸੋਝੀ ਨਹੀਂ ਇਹਨਾਂ ਦੀ। ਕੀ ਜਾਣੀਏ ਅਸੀਂ ਆਪਣੇ ਕਰਮਾਂ ਨੂੰ, ਸਾਡਾ ਜ਼ੋਰ ਨਹੀਂ ਹੈ। ਸੱਚੇ ਪਾਤਸ਼ਾਹ ਇਹਨਾਂ ਦੇ ਅੱਗੇ ਕਿਰਪਾ ਕਰੋ, ਤੁਸੀਂ ਰੱਖ ਲਓ, ਤੁਹਾਡੀ ਸ਼ਰਨ ਵਿੱਚ ਆਏ ਹਾਂ। ਰਾਖ ਰਾਖ ਮੇਰੇ ਬੀਠਲਾ, ਜਨ ਸਰਨ ਤੁਮਾਰੀ। ਸ਼ਰਨ ਲੈਣ ਨਾਲ ਸ਼ਰਧਾ, ਵਿਸ਼ਵਾਸ, ਪ੍ਰੇਮ ਸਹਿਤ ਫਿਰ ਮਹਾਰਾਜ ਕਰਮ ਵੀ ਸਾਰੇ ਮੇਟ ਦਿੰਦੇ ਨੇ। ਇਹ ਸਮਰੱਥਾ ਹੈ ਗੁਰੂ ਪਰਮੇਸ਼ਰ ਵਿੱਚ ਕਿ ਕਰਮ ਵੀ ਕੁਝ ਨਹੀਂ ਵਿਗਾੜ ਸਕਦੇ। ਮਾੜੇ ਕਰਮ ਮਹਾਰਾਜ ਲਕੀਰ ਮਾਰ ਦਿੰਦੇ ਨੇ, ਕੱਟ ਦਿੰਦੇ ਹਨ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਹੇ ਸੱਚੇ ਪਾਤਸ਼ਾਹ, ਅਸੀਂ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਹੇ ਪ੍ਰਭੂ, ਸਾਨੂੰ ਰੱਖ ਲਵੋ। ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ ਹੈ। ਮੇਰੇ ਮਾਲਕ ਸੱਚੇ ਪਾਤਸ਼ਾਹ, ਸਾਡੀ ਜਿਹੜੀ ਬੰਦੀ ਆ ਨਾ, ਇਹ ਕੈਦਖਾਨਾ ਹੈ। ਬੰਦੀ ਤੋਂ ਭਾਵ ਹੁੰਦਾ ਹੈ ਜੇਲ੍ਹ ਵਿੱਚ ਚਲੇ ਜਾਣਾ, ਕੈਦ ਹੋ ਜਾਣੀ। ਇਹ ਬੰਦੀ ਜਿਹੜਾ ਜੂਨੀਆਂ 84 ਲੱਖ ਜੂਨੀਆਂ ਦੀ ਕੈਦ ਆ, ਲੰਬੀ ਚੌੜੀ ਹੈ। ਮਹਾਰਾਜ ਇਹ ਬੰਦੀ ਜਿਹੜੀ ਮੋਚ ਕੱਟ ਦਿਓ। ਇਹ ਫਾਹੀ ਸੱਚੇ ਪਾਤਸ਼ਾਹ ਕਾਲ ਦੀ ਮੋਚਨਾ ਜਿਵੇਂ ਕੱਟ ਦਿੰਦਾ, ਇਹ ਕੱਟ ਦਿਓ ਗਰੀਬ ਨਵਾਜ਼ ਸੱਚੇ ਪਾਤਸ਼ਾਹ।
ਇਸੇ ਮਹੀਨੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਦ੍ਰਿਸ਼ਟਾਂਤ ਦੇ ਕੇ 52 ਰਾਜਿਆਂ ਨੂੰ ਰਿਹਾ ਕਰਵਾ ਕੇ ਇਹੋ ਹੀ ਦਰਸਾਇਆ ਸੀ ਕਿ ਗੁਰੂ ਦੀ ਚਰਨ ਸ਼ਰਨ ਵਿੱਚ ਜੋ ਆਉਂਦਾ ਹੈ ਮਹਾਰਾਜ ਉਹਦੀ ਜਮਾਂ ਦਾ ਵੀ ਡਰ ਚੱਕ ਦਿੰਦੇ ਨੇ, ਧਰਮਰਾਜ ਦਾ ਲੇਖਾ ਜੋਖਾ ਵੀ ਕੱਟ ਦਿੰਦੇ ਨੇ, ਜੂਨੀਆਂ ਤੋਂ ਮਹਾਰਾਜ ਛੁਡਾ ਲੈਂਦੇ ਨੇ, 84 ਲੱਖ ਜੂਨੀਆਂ ਦੀ ਕੈਦ ਵੀ ਕੱਟ ਦਿੰਦੇ ਨੇ ਜੋ ਕੋਈ ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਵੇ। ਇਹ ਦ੍ਰਿਸ਼ਟਾਂਤ ਇੱਥੋਂ ਦਾ ਪ੍ਰਤੱਖ ਕਰਕੇ ਸਮਝਾਇਆ ਸੀ। ਸੋ ਸੱਚੇ ਪਾਤਸ਼ਾਹ ਜੀ ਸਾਡੀ ਮਹਾਰਾਜ ਇਹ ਬੰਦੀ ਕਿਰਪਾ ਕਰੋ। ਸੋ ਇਹ ਬੰਦੀ ਜਿਹੜੀ ਆ ਨਾ ਮਾਇਆ, ਇਹਦੇ ਗੁਲਾਮ ਹੋ ਗਏ ਆ, ਇਹਦੀ ਕੈਦ ਵਿੱਚ ਆ ਸਾਡਾ ਮਨ ਤੇ ਤਨ। ਸੱਚੇ ਪਾਤਸ਼ਾਹ ਇਹ ਮਾਇਆ ਦੀ ਕੈਦ ਕੱਟ ਦਿਓ, ਇਹਦਾ ਭਰਮ ਜਾਲ ਮੋਹ ਜਾਲ। ਕਤਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕੱਤਕ ਦੇ ਮਹੀਨੇ ਵਿੱਚ ਇਹ ਸਾਧ ਸੰਗਤ ਨਾਮ ਦੇ ਰੰਗਿਆਂ ਦੀ, ਜਿਨ੍ਹਾਂ ਮਨ ਸਾਧ ਲਿਆ ਟਿਕਿਆ ਹੋਇਆ, ਰੱਬ ਦੇ ਪਿਆਰਿਆਂ ਦੀ ਸੰਗਤ ਹੋ ਜਾਵੇ। ਬਿਨਸੈ ਸਭੇ ਸੋਚ। ਫਿਰ ਦੂਜੀਆਂ ਜਿਹੜੀਆਂ ਢਹਿੰਦੀਆਂ ਕਲਾਂ ਵਾਲੀਆਂ ਸੋਚਾਂ ਨੇ, ਮਾੜੇ ਕਰਮ ਹਨ, ਮਾਇਆ ਦਾ ਮੋਹ ਭਰਮ ਜਾਲ, ਤ੍ਰਿਸ਼ਨਾ ਪ੍ਰਬਲ ਹੈ, ਲੋਭ ਲਾਲਚ ਵਾਲੀ ਸੋਚ, ਇਹ ਨਾਸ ਹੋ ਜਾਂਦੀ ਹੈ। ਚੜ੍ਹਦੀ ਕਲਾ ਵਾਲਾ ਜੀਵਨ ਮਿਲ ਜਾਂਦਾ ਹੈ ਜੇ ਸਾਧ ਸੰਗਤ ਹੋ ਜਾਵੇ, ਨਾਮ ਦਾ ਰੰਗ ਚੜ੍ਹ ਜਾਂਦਾ ਹੈ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਗਰੀਬ ਨਿਵਾਜ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ। ਨਾਨਕ ਕਉ ਪ੍ਰਭ ਰਾਖ ਲੇਹੇ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਫਰੀਆ, ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਾਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਹਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ।
ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਤੂੰ ਠਾਕੁਰ ਤੁਮ ਪਹਿ ਜੀਉ ਪਿੰਡ ਸਭ ਤੇਰੀ। ਵਾਹਿਗੁਰੂ। ਵਾਹਿਗੁਰੂ।
ਰਤਨਾ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਵੇ ਦਿਲਾਇਓ ਪੰਥ, ਗੁਰੂ ਮਾਨਿਓ ਗ੍ਰੰਥ, ਪ੍ਰਗਟ ਗੁਰਾਂ ਕੀ ਦੇ, ਹੋਦ ਸ਼ਬਦ ਮੈਲੇ, ਆਖੀ ਰਹੇ ਨਾ ਕੋਈ, ਸਮਝੋ ਹੋਏ, ਚੜੇ ਸੂਤਰੇ ਪਾਰ, ਗੁਰ ਪਾਰ ਤਾਰਨਹਾਰ, ਕਲਗੀ ਸੋਏ ਸੀਸ, ਗੁਰੂ ਕਲਗੀ ਧਰ ਜਗਦੀਸ਼, ਗੁਰੂ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਿ। ਵਾਹਿਗੁਰੂ ਜੀ। ਮਹਾਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰਹੁ ਹਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰਹੁ ਹਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਭੰਨਾ। ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਭੰਨਾ। ਆਨੰਦ ਕਰਹਿ ਨਰ ਨਾਰੀ, ਹਰਿ ਹਰਿ ਪ੍ਰਭ ਕਿਰਪਾ ਧਾਰੀ। ਸੰਤ ਹੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ। ਰਵ ਰਹਿਆ ਸਭਨੀ ਜਾਈ, ਰਹਾਉ ਧੁਰ ਕੀ ਬਾਣੀ ਆਈ। ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ। ਹਰ ਨਾਨਕ ਸਾਚ ਵਖਾਨਾ, ਧੁਰ ਕੀ ਬਾਣੀ ਆਈ। ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ। ਹਰ ਨਾਨਕ ਸਾਚ ਵਖਾਨਾ। ਵਾਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਿਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਤਿਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵੇ ਮੁਖ ਹੋਏ RAM ਤੇ ਲਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨ ਹੋਵਈ ਲਿਖਿਆ ਧੁਰ ਸੰਜੋਗ। ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਵਿਯੋਗ। ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ ਬਿਨਸਹਿ ਸਭੇ ਸੋਚ। ਮੰਗਿਰ ਕਤਿਕ ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ ਬਿਨਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। 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 ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।